ਅਜੇ ਵੀ ਮੋਦੀ ਸਰਕਾਰ ਜਿਹੜੀ ਹੈ ਉਹ ਆਪਣੇ ਅੜੀਅਲ ਰਵੱਈਏ ਉੱਤੇ ਅੜੀ ਹੋਈ ਹੈ। ਕਹਿੰਦੀ ਹੈ ਕਿ ਅਸੀਂ ਸਭ ਕੁਝ ਕੈਂਸਲ ਕਰ ਦਿੰਨੇ ਆ ਪਰ ਬਿੱਲ ਰੱਦ ਨਹੀਂ ਕਰਦੇ। ਸੋ ਇਸ ਕਰਕੇ ਸਰਕਾਰ ਨੂੰ ਪਤਾ ਵੀ ਗਾਂ ਆਉਣ ਵਾਲੇ ਸਮੇਂ ਸਾਡੀ ਸਰਕਾਰ ਰਵੇ ਨਾ ਰਵੇ, ਕਿਉਂਕਿ ਤਾਂ ਬਦਲਦੀਆਂ ਰਹਿੰਦੀਆਂ ਨੇ। ਪਰ ਅਸੀਂ ਇੱਕ ਇੱਦਾਂ ਦਾ ਸਲੋਗਨ ਸੈੱਟ ਕਰ ਦਈਏ ਵੀ ਜਦੋਂ ਲੋਕਾਂ ਨੂੰ ਖਾਣ ਨੂੰ ਜ਼ਰੂਰਤ ਅੰਨ ਦੀ ਪੈਣੀ, ਪਹਿਨਣ ਨੂੰ ਕੱਪੜੇ ਦੀ ਪੈਣੀ ਹੈ, ਲੋਕ ਸਾਡੇ ਤੱਕ ਨਿਰਭਰ ਰਹਿ ਜਾਣ ਤੇ ਲੋਕਾਂ ਦੀ ਮਜਬੂਰੀ ਬਣ ਜੇ ਸਾਨੂੰ ਵੋਟ ਪਾਉਣਾ, ਵੀ ਵੋਟ ਹੀ ਉਹਨਾਂ ਨੂੰ ਪਾਉਣੀ ਹੈ। ਕਿਉਂ ਜੇ ਵੋਟ ਨਾ ਪਾਈ ਅਸੀਂ ਭੁੱਖੇ ਮਰਾਂਗੇ, ਸਾਨੂੰ ਕੱਪੜਾ ਨਹੀਂ ਮਿਲੇਗਾ, ਸਾਨੂੰ ਰੇਲਾਂ ਦਾ ਮਹਿੰਗਾ ਹੋ ਜਾਊਗਾ, ਬਿਜਲੀ ਮਹਿੰਗੀ ਹੋ ਜਾਏਗੀ, ਡੀਜ਼ਲ ਮਹਿੰਗਾ ਹੋ ਜਾਊ, ਸਭ ਕੁਝ ਜਿਹੜਾ ਹੈ ਉਹ ਮਹਿੰਗਾ ਹੋਊਗਾ। ਸੋ ਲੋਕ ਇਸੇ ਡਰੋਂ ਉਹ ਸਰਕਾਰ ਨੂੰ ਰੱਖਣਗੇ। ਇਹ ਬੜੀ ਵੱਡੀ ਇੱਕ ਸਾਜ਼ਿਸ਼ ਹੈ। ਜੋ ਬੀਤੇ ਦਿਨੇ ਰਾਜੇਵਾਲ ਸਾਹਿਬ ਨੇ ਬਿਆਨ ਦਿੱਤਾ ਸੀਗਾ ਨਿਸ਼ਾਨ ਸਾਹਿਬ ਨੂੰ ਲੈ ਕੇ, ਬੇਸ਼ੱਕ ਉਹਨਾਂ ਨੇ ਮਾਫੀ ਮੰਗ ਲਈ ਹੈ ਤੇ ਉਸ ਤੋਂ ਬਾਅਦ ਅਜੇ ਵੀ ਗੋਦੀ ਮੀਡੀਆ ਕੁਝ ਅਜਿਹਾ ਹੈ ਜੋ ਖਾਲਿਸਤਾਨ ਦੇ ਨਾਲ ਜਾਂ ਹੋਰ ਦੇਸ਼ ਵਿਰੋਧੀ ਗਤੀਵਿਧੀਆਂ ਦੇ ਨਾਲ ਇਸ ਮੋਰਚੇ ਨੂੰ ਜੋੜ ਕੇ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ। ਕੀ ਕਹੋਗੇ ਉਸ ਤੇ? ਦੇਖੋ ਜੀ, ਗੱਲ ਇੱਦਾਂ ਵੀ ਗੋਦੀ ਮੀਡੀਆ 1982 ਵਿੱਚ ਸੈਣੀ ਸਾਹਿਬ ਇੱਕ ਮੂਵਮੈਂਟ ਚੱਲੀ ਸੀ, ਜਦੋਂ ਸੰਤਾਂ ਨੇ ਭਿੰਡਰਾਲਿਆਂ ਨੇ 82 ਦੇ ਵਿੱਚ 17 ਮਤਿਆਂ ਦੀ ਗੱਲ ਕੀਤੀ ਸੀ। ਉਹ ਪੋਲੀਟੀਕਲ ਮੂਵਮੈਂਟ ਸੀ ਤੇ ਉਸ ਸਮੇਂ ਜਿਹੜਾ ਇੰਦਰਾ ਗਾਂਧੀ ਦਾ ਮੀਡੀਆ ਸੀ ਉਹ ਸਾਰਾ ਗਵਰਨਮੈਂਟ ਸਰਕਾਰੀ ਮੀਡੀਆ ਸੀ ਤੇ ਉਹ ਸਰਕਾਰੀ ਤੰਤਰ ਕਰਕੇ ਉਸ ਮੂਵਮੈਂਟ ਨੂੰ ਇੱਕ ਮਜ਼ਹਬੀ ਰੰਗ ਦੇ ਦਿੱਤਾ ਗਿਆ, ਮਜ਼ਹਬ ਦਿੱਤਾ ਗਿਆ ਵੀ ਇਹ ਤਾਂ ਖਾਲਿਸਤਾਨ ਦੀ ਮੂਵਮੈਂਟ ਹੈ, ਇਹ ਵੱਖਰਾ ਕਰਨ ਦੀ ਮੂਵਮੈਂਟ ਹੈ, ਜਦ ਕਿ ਉਹ ਸਾਰੀਆਂ ਜਿਹੜੀਆਂ ਮੰਗਾਂ ਸੀ ਉਹ ਪੋਲੀਟੀਕਲ ਲੈਵਲ ਦੀਆਂ ਸੀਗੀਆਂ। ਪਰ ਅੱਜ ਇਟਸ ਨਾਟ ਪੋਸੀਬਲ। ਉਹਦਾ ਰੀਜ਼ਨ ਕੀ ਹੈ ਕਿ ਤੁਹਾਡੇ ਵਰਗੇ ਵੀਰ ਅੱਜ ਸਾਡੇ ਕੋਲ ਨੇ। ਮੀਡੀਆ ਟੀਵੀ ਤੇ ਬੈਠ ਕੇ ਜੋ ਕੁਝ ਦਿਖਾ ਰਿਹਾ, ਤੁਸੀਂ ਗਰਾਊਂਡ ਤੇ ਆ ਕੇ ਉਹ ਰਿਪੋਰਟ ਲੋਕਾਂ ਤੱਕ ਸੋਸ਼ਲ ਮੀਡੀਆ ਦੇ ਜ਼ਰੀਏ, YouTube, Facebook ਦੇ, Instagram, WhatsApp ਦੇ ਜ਼ਰੀਏ, Twitter ਦੇ ਜ਼ਰੀਏ ਤੁਸੀਂ ਸਾਡੀ ਸੱਚਾਈ ਨੂੰ ਲੋਕਾਂ ਤੱਕ ਲੈ ਕੇ ਜਾ ਰਹੇ ਹੋ। ਸਰਕਾਰ ਇਸ ਮੂਵਮੈਂਟ ਨੂੰ ਵੀ ਖਾਲਿਸਤਾਨ ਦਾ ਨਾਮ ਦੇਣਾ ਚਾਹੁੰਦੀ ਸੀ ਪਰ ਕਾਮਯਾਬ ਨਹੀਂ ਹੋ ਸਕੀ, ਸਿਰਫ ਤੁਹਾਡੇ ਵਰਗੇ ਵੀਰਾਂ ਦੇ ਚੈਨਲਾਂ ਕਰਕੇ। ਕਿਉਂਕਿ ਜਿੱਥੇ ਸ਼ੰਭੂ ਮੋਰਚਾ ਲੱਗਿਆ ਸੀ ਤੁਸੀਂ ਬੜੀ ਵਾਰ ਹਾਜ਼ਰੀ ਭਰੀ ਹੈ, ਉੱਥੇ ਸ਼ੰਭੂ ਮੋਰਚਾ ਤੁਹਾਨੂੰ ਪਤਾ ਲੱਗ ਗਿਆ ਹੋਗਾ ਚਕਵਾਇਆ ਗਿਆ ਤੇ ਜਿੱਦਣ ਚੱਕਿਆ ਉਦੋਂ ਹੀ ਉੱਥੇ ਅਕਾਲੀ ਦਲ ਦੀ ਵੀ ਰੈਲੀ ਹੋਈ ਹੈ ਤੇ ਉਦੋਂ ਹੀ ਕਾਂਗਰਸ ਦੀ ਵੀ ਹੋਈ ਹੈ। ਜੇ ਇਹ ਸੰਘਰਸ਼ ਵਿੱਚੋਂ ਵੀ ਅਸੀਂ ਪੰਜਾਬ ਦੀ ਪੋਲੀਟੀਕਲ ਸਿਸਟਮ ਨੂੰ ਨਾ ਬਦਲ ਸਕੇ ਤੇ ਮੈਨੂੰ ਲੱਗੇਗਾ ਅਸੀਂ ਜਿੱਤ ਕੇ ਵੀ ਹਾਰ ਜਾਵਾਂਗੇ। ਦਮਨ ਵੀ ਟਕਸਾਲ ਨਾਲ ਰਿਲੇਟਡ ਆ, ਪਰ ਇੰਨੇ ਹਿੰਦੂ ਭਰਾ ਸਾਨੂੰ ਪਿਆਰ ਕਰਦੇ ਨੇ, ਉਹਦਾ ਸਬੂਤ ਮੈਂ ਦੇ ਰਿਹਾ। ਆ ਮੇਰਾ ਵਿਸ਼ਾਲ ਨਾਥ ਵੀਰ। पेट का मुद्दा है, हमारी भूख का मुद्दा है, तो मैं सबको ये अपील करूंगा कि इसको धार्मिक जो है रंग ना दिया जाए। क्योंकि मैं जब आ रहा था तो मुझे काफ़ी लोगों ने बोला, क्योंकि मैं एक नाथ संप्रदाय से हूँ और अघोर अखाड़ा से मैंने कभी किसी को बताया नहीं, महासचिव भी हूँ जो मेरे को सनातन धर्म का ज्ञान देते हैं। तो 1600 वीडियो मेरे जो है सनातन धर्म के ऊपर ही है। तो मुझे बोलते हैं कि आप जो है मुसलमानों का साथ देने जा रहे हैं। मेरे को किसी ने ये नहीं बोला कि आप किसानों के लिए जा रहे हैं। तो ये जो गोदी मीडिया है या और लोग हैं जो ये नफ़रत फैला रहे हैं, ये नफ़रत ना फैलाओ। ये पेट का मसला है, ज़रूरत का मसला है, ये कोई धार्मिक मसला नहीं है। हम यहाँ धर्म के लिए नहीं खड़े हुए, हम अपने पेट के लिए खड़े हुए। माना कि मैं किसान नहीं हूँ लेकिन रोटी मैं भी खाता हूँ, सभी रोटी खाते हैं। आज लोग पूछ रहे हैं कि क्या हो जाएगा, गलती बताओ, बिल की गलती बताओ। ये जितने लाखों लोग बैठे हुए हैं, लाखों लोग बेवकूफ़ थोड़ी है अगर एक इंसान बोल रहा है कि गलती बताओ। ਸਿੱਖ ਕੌਮ ਤਾਂ ਹਿੱਕ ਠੋਕ ਕੇ ਨਾਮ ਲੈਂਦੀ ਹੈ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ। ਤੁਸੀਂ ਵੀ ਹਿੱਕ ਠੋਕ ਕੇ ਲੈਂਦੇ ਹੋ, ਪਰ ਤੁਹਾਨੂੰ ਡਰ ਨਹੀਂ ਲੱਗਦਾ ਵੀ ਅੱਤਵਾਦ ਵਗੈਰਾ ਦਾ ਠੱਪਾ ਤੁਹਾਡੇ ਤੇ ਲੱਗ ਕੇ ਜੇ ਚੱਕ ਲਿਆ? देखो, या तो इंसान के अंदर डर नहीं होगा या मुंह में संतों का नाम नहीं होगा। और अगर ये सेवा करना खालिस्तान है तो सबसे बड़े खालिस्तानी मैं हूँ, समर्थक भी हूँ। हम सारे हिंदू जो है मेरे साथ जुड़े, हम सब खालिस्तानी हैं। अगर खालसा पंथ ये है तो हमें इस पंथ से बहुत प्यार है। ਪਰ ਬਹੁਤ ਸਾਰੇ ਤੁਹਾਡੇ ਆਪਣੇ ਵੀ ਹੋਣਗੇ ਸ਼ਿਵ ਸੈਨਾ RSS ਵਗੈਰਾ ਵਾਲੇ ਜਿਹੜੇ, ਜਾਂ ਤੁਹਾਡੇ ਆਪਣੇ ਵੱਡੇ ਵੱਡੇ ਮਹੰਤ ਕਹਿੰਦੇ ਕਹਾਂਦੇ डेरिया वाले, वो भी तुहानू बड़ा प्यार करते होंगे इस करके। संत जरनैल सिंह जी भिंडरां वाले का नाम लिया, या आप बहुत से मंचों के ऊपर से बोले हो या सिख कौम के हक में बोले हो, तो आपको अब तक अपनी कम्युनिटी की तरफ से क्या 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 थ्रेट कॉल्स आई हैं, क्या क्या आपको सुनना पड़ा? तो खालिस्तानी मैंने कहा हूँ तो उसमें क्या बोल सकते। थ्रेट जो उनके कॉल वगैरह आ रहे हैं तो उनको एक ही बात की जाती है कि भाई अपना ID कार्ड दे दो, अपना नंबर दे दो, तुम मुझे मारने के लिए इतनी दूर से क्यों आओगे यार? मैं आता हूँ मार खाने के लिए, लेकिन कोई कार्ड ही नहीं देता, कोई एड्रेस ही नहीं बताता है, धमकी दे के निकल लेते हैं सारे। ਅਸੀਂ ਖਾਲਿਸਤਾਨ ਦਾ ਮਤਲਬ ਵੀ ਦੱਸਣਾ ਚਾਹੁੰਦੇ ਹਾਂ। ਖਾਲਿਸਤਾਨ ਨਾਲ ਸ਼ੁੱਧ ਅਸੀਂ ਸਫਾਈ ਕਰਨਾ ਹੈ। ਸਫਾਈ ਜੋ ਰਾਜਨੀਤੀ 'ਚ ਗੰਦਗੀ ਆ ਗਈ ਨਾ, ਗੰਦਗੀ, ਉਸ ਗੰਦਗੀ ਨੂੰ ਸਾਫ਼ ਕਰ ਲਿਆਏ ਆ।
ਬਜ਼ੁਰਗ ਦੇਖੋ ਕਿੰਨੀ ਵੱਡੀ ਵੱਡੀ ਉਮਰ ਵਾਲੇ ਆਏ ਨੇ, ਬੱਚੇ ਆਏ ਨੇ, ਇਸਤਰੀਆਂ ਬੀਬੀਆਂ ਆਏ ਨੇ, ਹੱਕ ਮੰਗਣ ਲਈ ਗੱਲ ਕਰ ਰਹੇ ਨੇ। ਇਹਦਾ ਗਲੀ ਗਲੀ ਮਸ਼ਹੂਰ ਹੈ ਮੋਦੀ ਸਾਲਾ ਜੋਰ, ਸਾਰਿਆਂ ਨੂੰ ਪਤਾ ਲੱਗ ਗਿਆ ਹੈ। ਪਰ ਗੋਦੀ ਮੀਡੀਆ ਨੂੰ ਨਹੀਂ ਪਤਾ ਲੱਗਣਾ, ਕਿਉਂਕਿ ਗੋਦੀ ਮੀਡੀਆ ਵਿਕ ਚੁੱਕਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੋ, ਮੈਂ ਤੁਹਾਨੂੰ ਦਿਖਾਉਣਾ ਚਾਹੂੰਗਾ ਇੱਥੇ ਕੋਂਡਲੀ ਮੋਰਚੇ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਦਵਾਈਆਂ ਦਾ ਲੰਗਰ ਲੱਗਿਆ ਹੈ। ਸਾਬਣ, ਤੇਲ, ਵੈਸਲੀਨ, ਸੈਨੀਟਰੀ ਪੈਡਸ, ਮਤਲਬ ਜੋ ਜ਼ਰੂਰਤ ਦੀਆਂ ਚੀਜ਼ਾਂ ਨੇ, ਟੂਥਪੇਸਟ, ਬ੍ਰਸ਼, ਹਰ ਚੀਜ਼ ਇੱਥੇ ਅਵੇਲੇਬਲ ਹੈ। ਇੱਥੇ ਤੱਕ ਕਿ ਪਿੱਛੇ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਫਲੈਕਸ ਦੇ ਉੱਤੇ ਮਾਰੋ, ਮੁਫਤ ਡੀਜ਼ਲ ਦੀ ਸੇਵਾ, ਮੁਫਤ ਮੈਡੀਕਲ ਸੇਵਾ, ਮੁਫਤ ਮੈਡੀਕਲ ਸੇਵਾ। ਮਤਲਬ ਜੋ ਵੀ ਹੈ ਤੁਹਾਨੂੰ ਪ੍ਰੋਬਲਮ, ਅਗਰ ਸ਼ੂਗਰ ਉਹ ਵੀ ਮਤਲਬ ਟੈਸਟ ਕਰਨ ਵਾਸਤੇ ਮਸ਼ੀਨਾਂ ਤੱਕ ਅਵੇਲੇਬਲ ਨੇ ਹਰ ਚੀਜ਼ ਦਾ। ਤੇ ਬੜੇ ਖੁਸ਼ੀ ਨਾਲ ਤੁਹਾਨੂੰ ਦੱਸਣਾ ਪੈ ਰਿਹਾ ਕਿ ਇਹ ਸਾਰੀ ਦੀ ਸਾਰੀ ਸੇਵਾ ਭਾਈ ਬਰਜਿੰਦਰ ਸਿੰਘ ਪਰਵਾਨਾ ਜੀ ਆਪ ਕਰ ਰਹੇ ਨੇ। ਦਮਦਮੀ ਟਕਸਾਲ ਜੱਥਾ ਰਾਜਪੁਰਾ ਇਹ ਸੇਵਾ ਨਿਭਾ ਰਿਹਾ ਹੈ। ਤੇ ਹੁਣੇ ਮੈਨੂੰ ਇਹਨਾਂ ਨੇ ਦੱਸਿਆ ਕਿ ਤਰਪਾਲਾਂ ਵੀ ਆ ਗਈਆਂ ਨੇ, ਇਨਰਸ ਵੀ ਆ ਗਏ ਨੇ, ਮਤਲਬ ਜੈਕਟਸ ਤੱਕ ਆ ਗਈਆਂ ਨੇ। ਸੇਵਾ ਮੈਂ ਦੇਖਿਆ ਸੀ, ਆਈ ਥਿੰਕ ਚੰਡੀਗੜ੍ਹ ਤੋਂ ਵੀ ਵੀਰ ਪਹੁੰਚੇ ਤੁਹਾਡੇ ਕੋਲ ਸੇਵਾ ਲੈ ਕੇ, ਉਹ ਵੀ ਮੈਂ ਤੁਹਾਡੀ ਜੀ 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 ਬਿਲਕੁਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਕਹੋਗੇ, ਦਿੱਲੀ ਦੀ ਹਿੱਕ ਦੇ ਉੱਤੇ ਤਾਂ ਬਹਿ ਗਏ ਆ, ਲੰਗਰ ਅਤੁੱਟ ਵਰਤਾਏ ਜਾ ਰਹੇ ਨੇ। ਸਰਕਾਰ ਦੇ ਸੋਚਿਆ ਹੋਊਗਾ ਕਿ ਅਜਿਹਾ ਭਾਣਾ ਵਰਤ ਜਾਊਗਾ? ਨਹੀਂ ਜੀ, ਸਰਕਾਰ ਹੰਕਾਰ ਦੇ ਨਸ਼ੇ ਵਿੱਚ ਸੀ। ਜਿਹੜਾ ਹੰਕਾਰੀ ਬੰਦਾ ਹੁੰਦਾ ਉਹਨੂੰ ਕੁਝ ਨਜ਼ਰ ਨਹੀਂ ਆਉਂਦਾ। ਸੋ ਉਹਨਾਂ ਨੇ ਸ਼ਹੀਨ ਬਾਗ ਜਿੱਤਿਆ, ਬਾਬਰੀ ਮਸਜਿਦ ਜਿੱਤੀ, ਲਦਾਖ ਜਿੱਤਿਆ, ਜੰਮੂ ਕਸ਼ਮੀਰ ਜਿੱਤਿਆ। ਸੋ ਉਹ ਉਸੇ ਹੰਕਾਰ 'ਚ ਤੁਰਦੇ ਪਏ ਸੀ। ਉਹਨਾਂ ਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਹੈ। ਉਹ ਅੰਦਾਜ਼ਾ ਇਸ ਕਰਕੇ ਨਹੀਂ ਸੀ, ਉਹ ਸੋਚਦੇ ਸੀ ਵੀ ਪੰਜਾਬ ਨੂੰ ਨਸ਼ੇ 'ਚ ਡੋਬਤਾ, ਪੰਜਾਬ ਨੂੰ ਪੋਲੀਟੀਕਲ ਦੇ ਵਿੱਚ ਡੋਬ ਦਿੱਤਾ ਹੈ। ਪਰ ਪੰਜਾਬ ਨੂੰ ਮੁੰਡੇ ਬਾਹਰ ਚਲੇ ਗਏ ਨੇ, ਇੰਡਸਟਰੀ ਖਤਮ ਕਰ ਦਿੱਤੀ ਹੈ। ਉਹਨਾਂ ਨੂੰ ਆਈਡੀਆ ਨਹੀਂ ਸੀ। ਸੋ ਉਹਨਾਂ ਨੇ ਆਪਣੇ ਵੱਲੋਂ ਤਾਂ ਜਿੱਤ ਦਾ ਝੰਡਾ ਕੱਢਣ ਵਾਸਤੇ ਆਏ ਸੀ। ਪਰ ਜਿਉਂਦੇ ਰਹਿਣ ਪੰਜਾਬ, ਪੰਜਾਬੀਅਤ ਜਿੰਦਾਬਾਦ, ਜਿਨ੍ਹਾਂ ਨੇ ਮੋਦੀ ਦਾ ਨੱਕ ਭੰਨਿਆ। ਨੱਕ ਭੰਨਿਆ, ਪਰ ਅਜੇ ਵੀ ਮੋਦੀ ਸਰਕਾਰ ਜਿਹੜੀ ਹੈ ਉਹ ਆਪਣੇ ਅੜੀਅਲ ਰਵੱਈਏ ਉੱਤੇ ਅੜੀ ਹੋਈ ਹੈ। ਕਹਿੰਦੀ ਹੈ ਕਿ ਅਸੀਂ ਸਭ ਕੁਝ ਕੈਂਸਲ ਕਰ ਦਿੰਨੇ ਆ, ਪਰ ਬਿੱਲ ਰੱਦ ਨਹੀਂ ਕਰਦੇ। ਮਤਲਬ ਤੁਸੀਂ ਕਾਂਟਾ ਮਾਰ ਦਿਓ ਸਾਰੀਆਂ ਸਾਡੀਆਂ ਲਿਖੀਆਂ ਲਾਈਨਾਂ ਤੇ, ਖਾਲੀ ਪੇਪਰ ਸਾਡੇ ਕੋਲ ਰਹਿਣ ਦਿਓ। ਆਖਿਰ ਕਿਉਂ ਇਹ ਚਾਲ ਚੱਲੀ ਜਾ ਰਹੀ ਹੈ? ਦੇਖੋ ਜੀ, ਗੱਲ ਇੱਦਾਂ ਵੀ ਇਹ ਕਲੀਅਰ ਹੋ ਚੁੱਕਿਆ ਹੈ, ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਵਿਕ ਚੁੱਕੀ ਆ। ਤੇ ਕਾਰਪੋਰੇਟ ਘਰਾਣਿਆਂ 'ਚ ਵਿਕਣ ਕਰਕੇ ਜਿਹੜੀ ਸਰਕਾਰ ਹੈ ਤੇ ਉਹ ਹੁਣ 에ਅਰਪੋਰਟ ਵਿਕ ਚੁੱਕੇ ਨੇ। ਇਸ ਤੋਂ ਇਲਾਵਾ ਤੁਸੀਂ ਰੇਲਾਂ ਵਿਕ ਚੁੱਕੀਆਂ ਨੇ। ਇਸ ਤੋਂ ਇਲਾਵਾ ਤੁਸੀਂ ਵੇਖੋ ਬਿਜਲੀ ਦਾ ਵੀ ਅੱਗੇ ਇਹਨਾਂ ਕੋਲ ਆ ਜਾਣਾ ਹੈ, ਖਾਣ ਪੀਣ ਦਾ ਸਮਾਨ, ਕੱਪੜਾ, ਕੀ ਕੁਝ ਜਿਹੜਾ ਇਹਨਾਂ ਕੋਲ ਨਹੀਂ ਹੈਗਾ। ਸੋ ਇਸ ਕਰਕੇ ਸਰਕਾਰ ਨੂੰ ਪਤਾ ਵੀ ਗਾਂ ਆਉਣ ਵਾਲੇ ਸਮੇਂ ਸਾਡੀ ਸਰਕਾਰ ਰਵੇ ਨਾ ਰਵੇ, ਕਿਉਂਕਿ ਤਾਂ ਬਦਲਦੀਆਂ ਰਹਿੰਦੀਆਂ ਨੇ। ਪਰ ਅਸੀਂ ਇੱਕ ਇੱਦਾਂ ਦਾ ਸਲੋਗਨ ਸੈੱਟ ਕਰ ਦਈਏ ਵੀ ਜਦੋਂ ਲੋਕਾਂ ਨੂੰ ਖਾਣ ਨੂੰ ਜ਼ਰੂਰਤ ਅੰਨ ਦੀ ਪੈਣੀ, ਪਹਿਨਣ ਨੂੰ ਕੱਪੜੇ ਦੀ ਪੈਣੀ ਹੈ, ਲੋਕ ਸਾਡੇ ਤੱਕ ਨਿਰਭਰ ਰਹਿ ਜਾਣ ਤੇ ਲੋਕਾਂ ਦੀ ਮਜਬੂਰੀ ਬਣ ਜੇ ਸਾਨੂੰ ਵੋਟ ਪਾਉਣਾ, ਵੀ ਵੋਟ ਹੀ ਉਹਨਾਂ ਨੂੰ ਪਾਉਣੀ ਹੈ। ਕਿਉਂ? ਜੇ ਵੋਟ ਨਾ ਪਾਈ ਅਸੀਂ ਭੁੱਖੇ ਮਰਾਂਗੇ, ਸਾਨੂੰ ਕੱਪੜਾ ਨਹੀਂ ਮਿਲੇਗਾ, ਸਾਨੂੰ ਰੇਲਾਂ ਦਾ ਮਹਿੰਗਾ ਹੋ ਜਾਊਗਾ, ਬਿਜਲੀ ਮਹਿੰਗੀ ਹੋ ਜਾਏਗੀ, ਡੀਜ਼ਲ ਮਹਿੰਗਾ ਹੋ ਜਾਊ, ਸਭ ਕੁਝ ਜਿਹੜਾ ਹੈ ਉਹ ਮਹਿੰਗਾ ਹੋਊਗਾ। ਸੋ ਲੋਕ ਇਸੇ ਡਰੋਂ ਉਹ ਸਰਕਾਰ ਨੂੰ ਰੱਖਣਗੇ। ਇਹ ਬੜੀ ਵੱਡੀ ਇੱਕ ਸਾਜ਼ਿਸ਼ ਹੈ। ਜੋ ਬੀਤੇ ਦਿਨੇ ਰਾਜੇਵਾਲ ਸਾਹਿਬ ਨੇ ਬਿਆਨ ਦਿੱਤਾ ਸੀਗਾ ਨਿਸ਼ਾਨ ਸਾਹਿਬ ਨੂੰ ਲੈ ਕੇ, ਬੇਸ਼ੱਕ ਉਹਨਾਂ ਨੇ ਮਾਫੀ ਮੰਗ ਲਈ ਹੈ, ਤੇ ਉਸ ਤੋਂ ਬਾਅਦ ਅਜੇ ਵੀ ਗੋਦੀ ਮੀਡੀਆ ਕੁਝ ਅਜਿਹਾ ਹੈ ਜੋ ਖਾਲਿਸਤਾਨ ਦੇ ਨਾਲ ਜਾਂ ਹੋਰ ਦੇਸ਼ ਵਿਰੋਧੀ ਗਤੀਵਿਧੀਆਂ ਦੇ ਨਾਲ ਇਸ ਮੋਰਚੇ ਨੂੰ ਜੋੜ ਕੇ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ। ਕੀ ਕਹੋਗੇ ਉਸ 'ਤੇ? ਦੇਖੋ ਜੀ, ਗੱਲ ਇੱਦਾਂ ਵੀ ਗੋਦੀ ਮੀਡੀਆ 1982 ਵਿੱਚ ਸੈਣੀ ਸਾਹਿਬ ਇੱਕ ਮੂਵਮੈਂਟ ਚੱਲੀ ਸੀ, ਜਦੋਂ ਸੰਤਾਂ ਨੇ, ਭਿੰਡਰਾਲਿਆਂ ਨੇ 82 ਦੇ ਵਿੱਚ 17 ਮਤਿਆਂ ਦੀ ਗੱਲ ਕੀਤੀ ਸੀ। ਉਹ ਪੋਲੀਟੀਕਲ ਮੂਵਮੈਂਟ ਸੀ। ਤੇ ਉਸ ਸਮੇਂ ਜਿਹੜਾ ਇੰਦਰਾ ਗਾਂਧੀ ਦਾ ਮੀਡੀਆ ਸੀ ਉਹ ਸਾਰਾ ਗਵਰਨਮੈਂਟ ਸਰਕਾਰੀ ਮੀਡੀਆ ਸੀ। ਤੇ ਉਹ ਸਰਕਾਰੀ ਤੰਤਰ ਕਰਕੇ ਉਸ ਮੂਵਮੈਂਟ ਨੂੰ ਇੱਕ ਮਜ਼ਹਬੀ ਰੰਗ ਦੇ ਦਿੱਤਾ ਗਿਆ, ਮਜ਼ਹਬ ਦਿੱਤਾ ਗਿਆ ਵੀ ਇਹ ਤਾਂ ਖਾਲਿਸਤਾਨ ਦੀ ਮੂਵਮੈਂਟ ਹੈ, ਇਹ ਵੱਖਰਾ ਕਰਨ ਦੀ ਮੂਵਮੈਂਟ ਹੈ। ਜਦ ਕਿ ਉਹ ਸਾਰੀਆਂ ਜਿਹੜੀਆਂ ਮੰਗਾਂ ਸੀ ਉਹ ਪੋਲੀਟੀਕਲ ਲੈਵਲ ਦੀਆਂ ਸੀਗੀਆਂ। ਪਰ ਅੱਜ ਇਟਸ ਨਾਟ ਪੋਸੀਬਲ। ਉਹਦਾ ਰੀਜ਼ਨ ਕੀ ਹੈ ਕਿ ਤੁਹਾਡੇ ਵਰਗੇ ਵੀਰ ਅੱਜ ਸਾਡੇ ਕੋਲ ਨੇ। ਮੀਡੀਆ ਟੀਵੀ ਤੇ ਬੈਠ ਕੇ ਜੋ ਕੁਝ ਦਿਖਾ ਰਿਹਾ, ਤੁਸੀਂ ਗਰਾਊਂਡ ਤੇ ਆ ਕੇ ਉਹ ਰਿਪੋਰਟ ਲੋਕਾਂ ਤੱਕ ਸੋਸ਼ਲ ਮੀਡੀਆ ਦੇ ਜ਼ਰੀਏ, YouTube, Facebook ਦੇ, Instagram, WhatsApp ਦੇ ਜ਼ਰੀਏ, Twitter ਦੇ ਜ਼ਰੀਏ ਤੁਸੀਂ ਸਾਡੀ ਸੱਚਾਈ ਨੂੰ ਲੋਕਾਂ ਤੱਕ ਲੈ ਕੇ ਜਾ ਰਹੇ ਹੋ। ਸਰਕਾਰ ਇਸ ਮੂਵਮੈਂਟ ਨੂੰ ਵੀ ਖਾਲਿਸਤਾਨ ਦਾ ਨਾਮ ਦੇਣਾ ਚਾਹੁੰਦੀ ਸੀ, ਪਰ ਕਾਮਯਾਬ ਨਹੀਂ ਹੋ ਸਕੀ, ਸਿਰਫ ਤੁਹਾਡੇ ਵਰਗੇ ਵੀਰਾਂ ਦੇ ਚੈਨਲਾਂ ਕਰਕੇ। ਬਹੁਤ ਬਹੁਤ ਧੰਨਵਾਦ। ਤੇ ਅੰਤ ਦੇ ਵਿੱਚ ਕੇਂਦਰ ਸਰਕਾਰ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਕਿਉਂਕਿ ਜਿੱਥੇ ਸ਼ੰਭੂ ਮੋਰਚਾ ਲੱਗਿਆ ਸੀ ਤੁਸੀਂ ਬੜੀ ਵਾਰ ਹਾਜ਼ਰੀ ਭਰੀ ਹੈ, ਉੱਥੋਂ ਸ਼ੰਭੂ ਮੋਰਚਾ ਤੁਹਾਨੂੰ ਪਤਾ ਲੱਗ ਗਿਆ ਹੋਗਾ ਚਕਵਾਇਆ ਗਿਆ, ਤੇ ਜਿੱਦਣ ਚੱਕਿਆ ਉਦੋਂ ਹੀ ਉੱਥੇ ਅਕਾਲੀ ਦਲ ਦੀ ਵੀ ਰੈਲੀ ਹੋਈ ਹੈ ਤੇ ਉਦੋਂ ਹੀ ਕਾਂਗਰਸ ਦੀ ਵੀ ਹੋਈ ਹੈ। ਕੀ ਕਹੋਗੇ? ਦੇਖੋ ਜੀ, ਉਹ ਤੁਹਾਨੂੰ ਸਭ ਨੂੰ ਪਤਾ ਹੈ ਵੀ ਅਕਾਲੀ ਦਲ ਹੋ ਗਿਆ ਜਾਂ ਸ਼੍ਰੋਮਣੀ ਕਾਂਗਰਸ ਹੋ ਗਈ, ਇਹ ਸਭ ਭੰਡਾ ਭੰਡਾਰੀਆ, ਕਿੰਨਾ ਕੁ ਭਾਰ ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ ਵਾਲੀ ਕਹਾਣੀ ਹੈ। ਸੋ ਕੈਪਟਨ ਨੇ
ਜੇ ਆਪਾਂ ਗੱਲ ਕਰਦੇ ਹਾਂ ਵੀ ਕੈਪਟਨ ਹੱਕ 'ਚ ਹੈ ਤੇ ਕੈਪਟਨ ਦੀ ਪੋਲ ਵੀ ਖੁੱਲ ਚੁੱਕੀ ਫਿਰ ਦੁਬਾਰਾ ਵੀ ਜਿਹੜਾ ਪਿੱਛੇ ਜੇ ਕੋਈ ਟੈਂਡਰ ਸੀਗੇ ਭਰੇ ਗਏ ਬਿਜਲੀ ਦੇ ਸੀਗਾ ਸਿਸਟਮ ਕੁਝ ਤੇ ਉਹਦੇ ਵਿੱਚ ਰਿਲਾਇੰਸ ਦੇ ਅਡਾਨੀ ਅੰਬਾਨੀ ਜਿਹੜੇ ਨੇ ਉਹ ਵੀ ਫਿਰ ਸਾਹਮਣੇ ਜਿਹੜੇ ਨੇ ਉਹ ਆ ਰਹੇ ਟੈਂਡਰ ਉਹਨਾਂ ਨੂੰ ਮਿਲ ਰਿਹਾ। ਸੋ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਆ। ਤੇ ਦੂਜੀ ਗੱਲ ਇਹ ਜੀ ਹੁਣ ਬਾਕੀ ਤਾਂ ਜੀ ਪਤਾ ਨਹੀਂ, ਪਰ ਮੈਂ ਚਾਹੁੰਦਾ ਵੀ ਪੰਜਾਬ ਦੀ ਜਿਹੜੀ ਪੋਲੀਟੀਕਲ ਸਿਸਟਮ ਹੈ ਉਹ ਬਦਲਿਆ ਜਾਵੇ। ਜੇ ਇਸ ਸੰਘਰਸ਼ ਵਿੱਚੋਂ ਵੀ ਅਸੀਂ ਪੰਜਾਬ ਦੀ ਪੋਲੀਟੀਕਲ ਸਿਸਟਮ ਨੂੰ ਨਾ ਬਦਲ ਸਕੇ ਤੇ ਮੈਨੂੰ ਲੱਗੇਗਾ ਅਸੀਂ ਜਿੱਤ ਕੇ ਵੀ ਹਾਰ ਗਏ। ਮਤਲਬ ਇਹ ਜੋ ਇੰਨਾ ਵੱਡਾ ਸੰਘਰਸ਼ ਅਸੀਂ ਉਲੀਕਿਆ ਹੈ, ਪੰਜਾਬ ਤੇ ਇੱਕ ਲਹਿਰ ਚੱਲੀ ਹੈ, ਇਸ ਦੇ ਵਿੱਚੋਂ ਸਾਡਾ ਫਰਜ਼ ਬਣਦਾ ਜਿਹੜੇ ਆਗੂ ਅੱਗੇ ਲੱਗੇ ਨੇ ਉਹਨਾਂ ਦਾ ਫਰਜ਼ ਬਣਦਾ ਕਿ ਅਸੀਂ ਇੱਕ ਖੇਤਰੀ ਪਾਰਟੀ ਉਭਾਰੀਏ ਆਪਣੀ, ਤਾਂ ਜੋ ਇਹਨਾਂ ਰਵਾਇਤੀ ਪਾਰਟੀਆਂ ਨੂੰ ਅਕਾਲੀ ਭਾਜਪਾ ਕਾਂਗਰਸ ਜਾਂ ਝਾੜੂ ਵਾਲੇ ਨੇ ਇਹਨਾਂ ਨੂੰ ਦਰਕਿਨਾਰ ਕਰਕੇ ਇੱਕ ਨਵੀਂ ਸਾਫ਼ ਸੁਥਰੀ ਚੰਗੀ ਪਾਰਟੀ ਜੋ ਆਮ ਲੋਕਾਂ ਦੇ ਹਿੱਤਾਂ ਦੀ ਹੋਵੇ, ਆਮ ਲੋਕਾਂ ਦੇ ਹਿੱਤਾਂ ਦੀ ਗੱਲ ਕਰਦੀ ਹੋਵੇ, ਹੱਕ ਸੱਚ ਦੀ ਗੱਲ ਕਰਦੀ ਹੋਵੇ, ਬਿਨਾਂ ਕਿਸੇ ਪਾਰਸ਼ੈਲਿਟੀ ਤੋਂ। ਇੱਕ ਤੁਹਾਡੇ ਚੈਨਲ ਦੁਆਰਾ ਜਵਾਬ ਦੇਣਾ ਚਾਹੁੰਦਾ ਉਹਨਾਂ ਨਕਲੀ ਹਿੰਦੂਆਂ ਨੂੰ। ਹਿੰਦੂ ਧਰਮ ਬਹੁਤ ਚੰਗਾ ਧਰਮ, ਸਾਡਾ ਹਜ਼ਾਰਾਂ ਹਿੰਦੂਆਂ ਭਰਾਵਾਂ ਨਾਲ ਪਿਆਰ ਹੈ, ਮੇਰਾ ਖਾਸ ਕਰਕੇ, ਮੈਨੂੰ ਕਿਸੇ ਦਾ ਪਤਾ ਨਹੀਂ, ਮੇਰਾ ਲੱਖਾਂ ਹਿੰਦੂਆਂ ਨਾਲ ਪਿਆਰ ਹੈ। ਜੇ ਮੈਂ ਕਹਾਂ ਸਾਡੀ ਫੈਨ ਫੋਲੋਇੰਗ ਵਿੱਚ ਹਿੰਦੂਆਂ ਦੀ ਭਰਮਾਰ ਹੈ ਜਿਹੜੇ ਸਾਨੂੰ ਪਿਆਰ ਕਰਦੇ ਨੇ, ਅਸੀਂ ਟਕਸਾਲ ਨਾਲ ਰਿਲੇਟਡ ਹਾਂ, ਦਮਦਮੀ ਟਕਸਾਲ ਨਾਲ ਰਿਲੇਟਡ ਹਾਂ, ਪਰ ਇੰਨੇ ਹਿੰਦੂ ਭਰਾ ਸਾਨੂੰ ਪਿਆਰ ਕਰਦੇ ਨੇ ਉਹਦਾ ਸਬੂਤ ਮੈਂ ਦੇ ਰਿਹਾ। ਆ ਮੇਰਾ ਵਿਸ਼ਾਲ ਨਾਥ ਵੀਰ, ਇਹ ਹਿੰਦੂ ਭਰਾ, ਮੈਂ ਸਿੱਖ, ਅਸੀਂ ਇੱਕੋ ਜਗ੍ਹਾ ਖੜ ਕੇ ਅਸੀਂ ਇਸ ਸੰਘਰਸ਼ ਦੇ ਵਿੱਚ ਸੇਵਾ ਕਰ ਰਹੇ ਹਾਂ। ਇਹ ਅਸੀਂ ਉਹਨਾਂ ਲੋਕਾਂ ਨੂੰ ਵਿਖਾਉਣਾ ਚਾਹੁੰਦੇ ਆ ਜਿਹੜੇ ਇਸ ਮੂਵਮੈਂਟ ਨੂੰ ਘਰ 'ਚ ਬਹਿ ਕੇ ਹਿੰਦੂ ਸਿੱਖ ਵਿਰੋਧੀ ਮੂਵਮੈਂਟ ਬਣਾ ਰਹੇ ਨੇ। ਆ ਚਪੇੜ ਹੈ ਉਹਨਾਂ ਲਾਂਤਾਂ ਨੇ ਉਹਨਾਂ ਦੇ ਮੂੰਹ ਦੇ ਉੱਪਰ। ਆ ਖੜਿਆ ਵਿਸ਼ਾਲ ਨਾਥ, ਆ ਖੜਿਆ ਬਲਜਿੰਦਰ ਸਿੰਘ ਪਰਵਾਨਾ। ਤੁਸੀਂ ਸਾਡੀ ਏਕਤਾ ਨੂੰ, ਸਾਡੇ ਹਿੰਦੂ ਸਿੱਖ ਭਾਈਚਾਰੇ ਨੂੰ ਜਿੰਨਾ ਮਰਜ਼ੀ ਜ਼ੋਰ ਲਾ ਲਓ ਨਹੀਂ ਤੋੜ ਸਕੋਗੇ ਅਸੀਂ, ਪਰ ਤੁਹਾਡਾ ਮੂੰਹ ਇਦਾਂ ਹੀ ਭੰਦੇ ਰਵਾਂਗੇ ਨਕਲੀ ਹਿੰਦੂਆਂ ਦਾ। ਧੰਨਵਾਦ ਜੀ। ਬਿਲਕੁਲ ਜੀ, ਬਿਲਕੁਲ ਇਸੇ ਤਰ੍ਹਾਂ, ਕਿਉਂਕਿ ਪਿੱਛੇ ਮੈਂ ਮੁਸਲਮਾਨ ਵੀਰਾਂ ਦੇ ਨਾਲ ਵੀ ਗੱਲ ਕਰਕੇ ਆਇਆ ਕਿ ਉਰੇ ਤਾਂ ਕਹਿ ਸਕਦੇ ਹਾਂ ਅਸੀਂ ਆਪ ਮੁਹਾਰੇ ਉਹ ਪਰਮਾਤਮਾ ਇੱਕ ਕਲਾ ਵਰਤਾ ਰਿਹਾ ਹੈ। ਇਹ ਜੋ ਮੋਰਚਾ ਲੱਗਿਆ ਅੰਗ ਸੰਗ ਸਹਾਈ ਉਹ ਪਰਮਾਤਮਾ ਹੈ, ਵਾਹਿਗੁਰੂ ਹੈ। ਤੇ ਜਿੱਥੇ ਤੱਕ ਗੱਲ ਰਹੀ ਵਿਸ਼ਾਲ ਨਾਥ ਦੀ, ਇਸ ਵੀਰ ਦੀਆਂ ਗੱਲਾਂ ਮੈਂ ਬੜੇ ਲੰਬੇ ਸਮੇਂ ਤੋਂ ਸੁਣ ਰਿਹਾ ਹਾਂ, ਵੀਡੀਓਜ਼ ਵੀ ਬੜੀਆਂ ਆਪਣੇ ਚੈਨਲ ਦੇ ਉੱਤੇ ਨਸ਼ਰ ਨੇ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਬਹੁਤ ਵੱਡੇ ਇਹ ਫੈਨ ਨੇ ਤੇ ਮੈਂ ਹੁਣ ਗਨ ਮਾਈਕ ਫਤਿਹ ਦੀ ਸਾਂਝ ਪਾ ਕੇ ਇਹਨਾਂ ਨੂੰ ਹੀ ਫੜਾਉਣਾ ਤੇ ਫਿਰ ਮੈਂ ਇਹਨਾਂ ਦੇ ਕੋਲ ਅੰਦਰ ਜਾਣਾ ਤੇ ਇਹ ਜੋ ਕਹਿਣਾ ਚਾਹਣਗੇ ਉਨੀ ਦੇਰ ਤੱਕ ਤੁਹਾਡੇ ਰੂਬਰੂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਨੂੰ ਵਿਸ਼ਾਲ ਜੀ ਜੋ ਕਹਿਣਾ ਚਾਹੋਗੇ ਪਹਿਲਾਂ ਉਹ ਕਹਿ ਦਿਓ, मैं आ गया हूँ। गल करो। देखो जी, पेट से बड़ा और भूख से बड़ा कोई धर्म ही नहीं है। सबसे बड़ा धर्म जो है वो है ये पेट, ठीक है। ये पेट ही खाली रहेगा। आज सरकारें जो है ना, इन्होंने किसी धर्म का मुद्दा नहीं है, ये हमारी पेट का मुद्दा है, हमारी भूख का मुद्दा है। तो मैं सबको ये अपील करूंगा कि इसको धार्मिक जो है रंग ना दिया जाए। क्योंकि मैं जब आ रहा था तो मुझे काफ़ी लोगों ने बोला, क्योंकि मैं एक नाथ संप्रदाय से हूँ और अघोर अखाड़ा से मैंने कभी किसी को बताया नहीं, महासचिव भी हूँ जो मेरे को सनातन धर्म का ज्ञान देते हैं। तो 1600 वीडियो मेरे जो है सनातन धर्म के ऊपर ही है। तो मुझे बोलते हैं कि आप जो है मुसलमानों का साथ देने जा रहे हैं। मेरे को किसी ने ये नहीं बोला कि आप किसानों के लिए जा रहे हैं। तो ये जो गोदी मीडिया है या और लोग हैं जो ये नफ़रत फैला रहे हैं, ये नफ़रत ना फैलाओ। ये पेट का मसला है, ज़रूरत का मसला है, ये कोई धार्मिक मसला नहीं है। हम यहाँ धर्म के लिए नहीं खड़े हुए, हम अपने पेट के लिए खड़े हुए। माना कि मैं किसान नहीं हूँ लेकिन रोटी मैं भी खाता हूँ, सभी रोटी खाते हैं। आज लोग पूछ रहे हैं कि क्या हो जाएगा, गलती बताओ, बिल की गलती बताओ। ये जितने लाखों लोग बैठे हुए हैं, लाखों लोग बेवकूफ़ थोड़ी है। अगर एक इंसान बोल रहा है कि गलती बताओ, बिल गलत है, अगर बिल सही है तो मोदी को बोल लो खुले मंच पे आओ, यहाँ पर आओ। अगर उन्होंने जो है बिल जो है बहुत सही बनाया है, बताओ सही क्या है उसमें, बस इतना बता। बस यहाँ जो आओ बताओ सही क्या है भाई, बताओ मोदी क्यों छुप के बैठा हुआ है। ये तो वैसे भगोड़ा है, 35 साल पता नहीं जंगलों में रहा, पता नहीं कहाँ भागा, बड़ी भूल कमल का फूल। अच्छा पूछो जी आप। मैं एक और चीज़ ਜ਼ਰੂਰ ਪੁੱਛਣਾ ਚਾਹੂੰਗਾ ਵਿਸ਼ਾਲ ਜੀ, ਕਿਉਂਕਿ ਤੁਹਾਨੂੰ ਸੰਤਾਂ ਦੇ ਬਾਰੇ ਗੱਲਾਂ ਕਰਦੇ ਹੋਏ ਹਮੇਸ਼ਾ ਬਹੁਤ ਸਾਰੀ ਸੰਗਤ ਨੇ ਸੁਣਿਆ ਹੋਏਗਾ, ਦੇਖਿਆ ਵੀ ਹੈ। ਤੇ ਹੁਣ ਮੋਰਚੇ ਦੇ ਉੱਤੇ ਆਏ, ਕਿਉਂਕਿ ਜਦੋਂ ਸੰਤਾਂ ਦਾ ਨਾਮ ਅਸੀਂ ਸ਼ੰਭੂ ਮੋਰਚੇ ਤੇ ਵੀ ਲੈਂਦੇ ਸੀ, ਸੰਗਤਾਂ ਬਹੁਤ ਚੰਗੀ ਤਰ੍ਹਾਂ ਜਾਣਦੀਆਂ ਨੇ, ਉਦੋਂ ਵੀ ਬੜੇ ਜਣ ਨੂੰ ਆਬਜੈਕਸ਼ਨ ਹੁੰਦੀ ਸੀ। ਖਾਲਿਸਤਾਨ ਦਾ ਇੱਕ ਵਾਰ ਨਾਰਾ ਲੱਗਿਆ ਸੀ ਉੱਥੇ, ਉਦੋਂ ਵੀ ਬੜੀ ਆਬਜੈਕਸ਼ਨ ਹੋਈ ਸੀ। ਗੋਦੀ ਮੀਡੀਆ ਨੇ ਤਾਂ ਖਾਸ ਕਰਕੇ ਬਾਰ-ਬਾਰ ਖਬਰ ਉਹ ਰਿਪੀਟ ਕੀਤੀ ਸੀ ਕਿ ਸ਼ੰਭੂ ਮੋਰਚੇ ਤੇ ਖਾਲਿਸਤਾਨ ਦਾ ਨਾਰਾ ਲੱਗ ਗਿਆ। ਉਸ ਤੋਂ ਬਾਅਦ ਆਹ ਜਿਹੜਾ ਦਿੱਲੀ ਦੀ ਹਿੱਕ ਤੇ ਮੋਰਚੇ ਲੱਗਿਆ, ਇਸ ਨੂੰ ਵੀ ਖਾਲਿਸਤਾਨ ਦੇ ਨਾਲ ਜੋੜ ਕੇ ਦਿਖਾਇਆ ਗਿਆ। ਪਰ ਉਸ ਤੋਂ ਬਾਅਦ ਜਦੋਂ ਰਾਜਸਥਾਨ, ਯੂਪੀ, ਐਮਪੀ, ਹਰਿਆਣਾ
ਹਰ ਪਾਸਿਓਂ ਕਿਸਾਨ ਆ ਕੇ ਦਿੱਲੀ ਦੇ ਚੜ੍ਹਾਈ ਕਰਨ ਲੱਗੇ ਤੇ ਉਹਨਾਂ ਦੇ ਹੱਥ ਦੇ ਵਿੱਚ ਜੋ ਤਖਤੀਆਂ ਫੜੀਆਂ ਹੋਈਆਂ ਸੀ ਨਾ, ਜੇ ਆਪਣੇ ਹੱਕ ਮੰਗਣਾ ਅੱਤਵਾਦ ਹੈ ਤਾਂ ਅਸੀਂ ਅੱਤਵਾਦੀ ਹਾਂ। ਜਦੋਂ ਇਹਨਾਂ ਕਿਸਾਨਾਂ ਦੇ ਪੁੱਤ ਜਿਹੜੇ ਸਰਹੱਦਾਂ ਤੇ ਬੈਠੇ ਹੋਏ ਨੇ, ਉਹਨਾਂ ਨੇ ਵਰਦੀਆਂ ਪਾ ਕੇ ਹੱਥਾਂ 'ਚ ਤਖਤੀਆਂ ਫੜ ਕੇ ਫੋਟੋਆਂ ਵਾਇਰਲ ਕਰਨੀਆਂ ਸ਼ੁਰੂ ਕੀਤੀਆਂ ਕਿ ਸਾਡਾ ਪੇ ਮੋਰਚੇ ਤੇ ਗਿਆ ਆ, ਜੇ ਉਹ ਅੱਤਵਾਦੀ ਆ ਤਾਂ ਅਸੀਂ ਸਰਹੱਦ ਤੇ ਖੜੇ ਹੋਏ ਅੱਤਵਾਦੀ ਆ। ਤਾਂ ਸ਼ਾਇਦ ਅਸੀਂ ਸੋਚਿਆ ਸੀ ਸ਼ਰਮ ਆਏਗੀ ਇਹਨਾਂ ਸਰਕਾਰਾਂ ਨੂੰ, ਪਰ ਇਹ ਆਪਣੇ ਜ਼ਮੀਰ ਵੇਚ ਚੁੱਕੇ ਨੇ। ਪਰ ਸਿੱਖ ਕੌਮ ਤਾਂ ਹਿੱਕ ਠੋਕ ਕੇ ਨਾਮ ਲੈਂਦੀ ਹੈ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ। ਤੁਸੀਂ ਵੀ ਹਿੱਕ ਠੋਕ ਕੇ ਲੈਂਦੇ ਹੋ, ਪਰ ਤੁਹਾਨੂੰ ਡਰ ਨਹੀਂ ਲੱਗਦਾ ਵੀ ਅੱਤਵਾਦ ਵਗੈਰਾ ਦਾ ਠੱਪਾ ਤੁਹਾਡੇ ਤੇ ਲੱਗ ਕੇ ਜੇ ਚੱਕ ਲਿਆ? देखो, या तो इंसान के अंदर डर नहीं होगा या मुंह में संतों का नाम नहीं होगा। सीधी जी गल है। जब हम संत जरनैल सिंह जी बाबा खालसा पिंडरावाल जी की गल करते हैं तो उनकी जीवनी, उनके आदर्शों को पढ़ के करते हैं कहीं ना कहीं। तो मेरे को तो आज तक कोई डर नहीं लगा। आज भी यहाँ घूमे हुए हैं बिना किसी के सहारे की भी हम करते हैं, बात करते रहेंगे। और मेरे को कहीं ना कहीं दुख भी लग रहा है कि जो ये मोर्चे पंजाब के जो थे, मोर्चे जब शुरू हुए थे तो अनंतपुर साहब के मते की बात की गई थी, संत जरनैल सिंह बाबा खालसा पिंडरावाले जी की बात की गई थी सबसे ज़्यादा, और आज उनका ही कोई नाम नहीं ले रहा है। तो ये बहुत दुख लगता है। जहाँ हम बोलते हैं कि सीधी बात है कि दिल्ली की हित पे पैर रख दिया या फिर जो भी बोला जा रहा है, तो उस हिसाब से तो कहीं ना कहीं हम लोग डर दिखा रहे हैं। देखो, मैं सबको एक अपील करूंगा, संत जरनैल सिंह जी बाबा खालसा पिंडरावाले जी ना तो खालिस्तान की उन्होंने कभी मांग की है, खालिस्तान के, और जो लोग खालिस्तान के मुद्दे की बात करें वो सरकारों का और खालसा जी का आपसी मुद्दा है। जैसे 66 में हरियाणा अलग हुआ, 71 में बांग्लादेश बना, तो ये सब सरकारी मुद्दे हैं। ये हम हिंदुओं के और सिखों के मुद्दे नहीं हैं। ये 1947 में जो है ये लॉलीपॉप सिखों को पकड़ाया गया था कि ये लॉलीपॉप पकड़ो, 25 साल आप इस देश में रहो, अगर आपको अच्छा लगता है तो ठीक है, वरना आपको जो है हम अलग से देश दे देंगे जहाँ यहाँ मुसलमानों का अधिकार मिला है। तो मैं चाहूँगा कि यहाँ पर जो है जो खालसा पंथ की डिमांड भी हो, वैसे यहाँ कोई खालिस्तान की बात ही नहीं कर रहा है। और अगर ये सेवा करना खालिस्तान है तो सबसे बड़े खालिस्तानी मैं हूँ, समर्थक भी हूँ। हम सारे हिंदू जो है मेरे साथ जुड़े, हम सब खालिस्तानी हैं। अगर खालसा पंथ ये है तो हमें इस पंथ से बहुत प्यार है। अच्छा विशाल जी, एक चीज़ और जानना चाहूँगा कि तुसी मतलब खुले दिल के नाल सिख कौम नूं समर्थन करते हो, संत जरनैल सिंह जी खालसा भिंडरां वाले नूं समर्थन करते हो, पर बहुत सारे तुहाडे अपने भी होणगे शिव सेना RSS वगैरह वाले जिहड़े या तुहाडे अपने ਵੱਡੇ ਵੱਡੇ महंत कहंदे कहांदे डेरियां वाले, वो भी तुहानूं बड़ा प्यार करते होणगे इस करके? प्यार भी है, नफरत भी है। देखो, एक सच्ची बात बताता हूँ कि जो मुर्दा चल रहा होगा, लोग मुर्दे की भी गलती निकाल देते हैं। जब चिता है ना, बंदा फूक रहे होंगे, अगर चीता में आग नहीं लगेगी तो बंदे होता है कि बोलेंगे ये मुर्दा ठीक नहीं है भाई, इन्हें बड़े पाप किए। बोलने वाले का क्या है, वो तो मुर्दों में भी गलती निकाल देते हैं। हम तो इंसान हैं, मुर्दों में भी गलती निकाल देते, लेकिन मतलब आज तक इन सब चीज़ों के अंदर जब भी आपने संत जरनैल सिंह जी भिंडरां वाले का नाम लिया, या आप बहुत से मंचों के ऊपर से बोले हो या सिख कौम के हक में बोले हो, तो आपको अब तक अपनी कम्युनिटी की तरफ से क्या 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 थ्रेट कॉल्स आई हैं, क्या क्या आपको सुनना बोलते पड़ा? हैं तो खालिस्तानी है, मैंने कहा हूँ, बात खत्म। मैं कहा हूँ खालिस्तानी, तो उसमें क्या बोल सकते। थ्रेड जो उनके कॉल वगैरह आ रहे हैं तो उनको एक ही बात की जाती है कि भाई अपना ID कार्ड दे दो, अपना नंबर दे दो, तुम मुझे मारने के लिए इतनी दूर से क्यों आओगे यार, मैं आता हूँ मार खाने के लिए, लेकिन कोई कार्ड ही नहीं देता, कोई एड्रेस ही नहीं बताता है, धमकी देके निकल लेते हैं सारे। ਤਿਲਾਂ 'ਚ ਤੇਲ ਹੋਵੇ ਤਾਂ ਨਾ RSS BJP ਜਾਂ ਕਹਿ ਸਕਦੇ ਆ ਸ਼ਿਵ ਸੈਨਾ ਨੇ 20 ਵਾਰ ਚੈਲੰਜ ਕੀਤਾ ਸਿੰਘਾਂ ਨੂੰ, ਸਿੰਘ ਸਾਹ ਨਾਲ ਹੀ ਖੜੇ ਨੇ, ਟਾਈਮ ਵੀ ਦਿੱਤਾ ਸਿੰਘਾਂ ਨੇ, ਪਰ ਉਹ ਬਸ ਫੋਨ ਦੇ ਉੱਤੇ ਧਮਕੀਆਂ ਦੇਣ ਜੋਗੇ ਨੇ, ਸਾਹਮਣੇ ਆ ਕੇ ਫੇਸ ਕਰਨ ਜੋਗੇ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਮੇਰੇ ਭਰਾ ਜੀ ਨੇ ਵਚਨ ਕੀਤਾ ਖਾਲਿਸਤਾਨ ਬਾਰੇ। ਅਸੀਂ ਖਾਲਿਸਤਾਨ ਦਾ ਮਤਲਬ ਵੀ ਦੱਸਣਾ ਚਾਹੁੰਦੇ ਹਾਂ। ਖਾਲਿਸਤਾਨ ਨਾਲ ਸ਼ੁੱਧ ਅਸੀਂ ਸਫਾਈ ਕਰਨਾ ਹੈ। ਸਫਾਈ ਜੋ ਰਾਜਨੀਤੀ 'ਚ ਗੰਦਗੀ ਆ ਗਈ ਨਾ, ਗੰਦਗੀ, ਉਸ ਗੰਦਗੀ ਨੂੰ ਸਾਫ਼ ਕਰਨ ਲਿਆਏ ਆ। ਸ਼੍ਰੀ ਕ੍ਰਿਸ਼ਨ ਜੀ 18 ਦਿਨ ਸਮਝਾਉਂਦੇ ਰਹੇ ਦੁਰਯੋਧਨ ਨੂੰ ਕਿ ਇਹ ਤੇਰੇ ਭਰਾ ਨੇ, ਪਾਂਡਵ ਤੇਰੇ ਭਰਾ ਨੇ, ਉਹਨਾਂ ਨੂੰ ਹੱਕ ਦੇ ਦੇ। ਫਿਰ ਕਿਹਾ ਹੱਕ ਨਾ ਚਾਹੀਦੇ, ਚੱਲ ਸਿਰਫ 5 ਪਿੰਡ ਹੀ ਦੇ ਦੇ। ਤੇ ਦੁਰਯੋਧਨ ਕਹਿਣ ਲੱਗਾ ਮੈਂ ਸੂਈ ਨਹੀਂ, ਜ਼ਮੀਨ ਵੀ ਨਹੀਂ ਦੇਣੀ। 18 ਦਿਨ ਪਿਆਰ ਨਾਲ ਸਮਝਾਇਆ, ਨਹੀਂ ਸਮਝਿਆ। ਫਿਰ ਏਡੀ ਏਡੀ ਮਹਾਭਾਰਤ ਦੀ ਜੰਗ ਹੋਈ, ਕਿਹਦੇ ਕਾਰਨ? ਦੁਰਯੋਧਨ ਦੇ ਕਾਰਨ। ਠੀਕ ਹੈ ਜੀ। ਤੇ
ਤੇ ਦੁਰਯੋਧਨ ਕੀ ਜ਼ਮੀਨਾਂ ਨਾਲ ਲੈ ਗਿਆ, ਸਭ ਕੁਝ ਇੱਥੇ ਹੀ ਰਹਿ ਜਾਣਾ। ਸੂਈ ਦੀ ਨੋਕ ਜਿੰਨੀ ਜ਼ਮੀਨ ਵੀ ਨਾਲ ਨਹੀਂ ਲੈ ਕੇ ਗਿਆ, ਨਾ ਜਾਣੀ ਹੈ। ਹੁਣ ਉਹ ਮਹਾਭਾਰਤ ਹੋਈ ਤੇ ਗੁਰੂ ਕੀ ਬਾਣੀ ਧੁਰ ਦਰਗਾਈ ਬਾਣੀ ਦਾ ਬਚਨ ਮੇਰੀ ਮੇਰੀ ਕੈਰੋਂ ਕਰਤੇ, ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਪਾਈ। ਦੁਰਯੋਧਨ 100 ਭਰਾ ਸਨ ਉਹਦੇ, ਹੋਇਆ ਕਿ ਉਹਦਾ ਅਸ਼ਰ 12 ਜੋਜਨ ਛਤਰ ਚਲੇਥਾ, 12 ਜੋਜਨ 1 ਜੋਜਨ 4 ਹੁੰਦੇ 48 ਕੋ ਦਾ ਕਹਿੰਦਾ ਫੌਜ ਦਾ ਲਸ਼ਕਰ ਸੀ, ਪਰ ਸਭ ਮਾਰੇ ਗਏ। ਧਰਤੀ ਲਾਉ ਨਾਲ ਲੱਤ ਪਤਾ ਉਹਦਾ ਕਾਰਨ ਇਹ ਦੁਰਯੋਧਨ ਸੀਗਾ। ਹੁਣ ਹਿੰਦੁਸਤਾਨ ਦੀ ਧਰਤੀ ਜਿਹੜਾ ਦੁਰਯੋਧਨ ਮੋਦੀ ਚ ਆ ਗਿਆ, ਇਕੱਲਾ ਦੁਰਯੋਧਨ ਹੀ ਆਇਆ, ਜਿਹੜਾ ਦੁਸ਼ਯੰਤ ਜਿਹੜਾ ਦ੍ਰੋਪਦੀ ਦੀ ਪੱਤ ਲੁੱਟਦਾ, ਜਿਹੜਾ ਨੰਗੀ ਕਰਦਾ ਸੀ, ਨੰਗੀ ਕਰਨਾ ਚਾਹੁੰਦੇ ਸਨ ਨਾ, ਅੱਜ ਮਨੁੱਖ ਜਾਤੀ ਨੂੰ ਨੰਗਾ ਕੀਤਾ ਜਾ ਰਿਹਾ, ਕੱਪੜੇ ਉਤਾਰੇ ਜਾ ਰਹੇ ਨੇ, ਇਹ ਗਰੀਬਾਂ ਪਰ ਜ਼ੁਲਮ ਕੀਤਾ ਜਾ ਰਿਹਾ। ਇਸ ਜ਼ੁਲਮ ਦੇ ਵਿਰੁੱਧ ਗੁਰੂ ਨਾਨਕ ਸਿੰਘ ਨੇ ਬਾਬਰ ਦੇ ਵਿਰੁੱਧ ਆਵਾਜ਼ ਉਠਾਈ ਸੀਗੀ। ਬਾਬਰ ਨੂੰ ਜਾਬਰ ਕਿਹਾ ਸੀ, ਕਿਸੇ ਇਸਲਾਮ ਧਰਮ ਦੇ ਵਿਰੁੱਧ ਨਹੀਂ, ਜਿਹੜਾ ਜ਼ੁਲਮ ਕਰਨਾ ਜ਼ੁਲਮ ਵਿਰੁੱਧ, ਕਿਉਂਕਿ ਇਹ ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛੱਡੈ ਖੇਤ। ਉਸ ਜੰਗ ਦੇ ਮੈਦਾਨ 'ਚ ਬਾਬਰ ਨੂੰ ਹਾਰ ਮੰਨਣੀ ਪਈ, ਚਰਨੇ 'ਚ ਝੁਕ ਗਿਆ। ਦੂਸਰੇ ਪਾਸ਼ਲੇ ਗੁਰੂ ਅੰਗਦ ਸਾਹਿਬ ਹਮਾਯੂ ਨੇ ਵੀ ਹਾਰ ਮੰਨੀ। ਜਦੋਂ ਹਮਾਯੂ ਨੂੰ ਕਿਹਾ ਤੂੰ ਸਾਡੇ ਤੇ ਤਲਵਾਰ ਉਠਾਣ ਆ ਗਿਆ, ਜਿੱਥੇ ਤੈਨੂੰ ਤਲਵਾਰ ਉਠਾਉਣੀ ਚਾਹੀਦੀ ਸੀ ਉੱਥੇ ਤੂੰ ਪਿੱਠ ਦਿਖਾ ਕੇ ਭੱਜ ਗਿਆ। ਕਹਿਣ ਤੋਂ ਭਾਵ ਗੁਰੂ ਨਾਨਕ ਦਾ ਘਰ ਸੱਚ ਦੀ ਆਵਾਜ਼ ਬੁਲੰਦ ਕਰਦਾ ਰਹੇਗਾ। ਉਹ ਖਾਲਸਾ ਹੀ ਹੈ ਜਿਹੜਾ ਸੱਚ ਦੀ ਹੱਕ ਦੀ ਗੱਲ ਕਰਦਾ ਹੈ। ਹਾਂ, ਗੋਦੀ ਮੀਡੀਆ ਨੇ ਬਦਨਾਮ ਕਰਨਾ ਹੈ, ਉਹ ਮੁਸਲਮਾਨਾਂ ਨੂੰ ਅਤਵਾਦੀ ਕਹਿ ਕੇ, ਸਿੱਖਾਂ ਨੂੰ ਖਾਲਿਸਤਾਨੀ ਕਹਿ ਕੇ ਬਦਨਾਮ ਕਰਨਾ, ਪਰ ਖਾਲਿਸਤਾਨੀ ਚੰਗੇ ਕਿਹੜੇ ਲੋਕ ਨੇ? ਜਿਹੜੇ ਹੱਕ ਦੀ ਗੱਲ ਕਰਦੇ ਨੇ, ਸੱਚ ਦੀ ਗੱਲ ਕਰਦੇ। ਇੱਥੇ ਜਿੰਨੇ ਹੀ ਲੋਕ ਨੇ ਨਾ, ਮੈਂ ਕਹਿੰਦਾ ਸਾਰੇ ਖਾਲਿਸਤਾਨੀ ਨੇ, ਜਿਹੜੇ ਹੱਕ ਦੀ ਗੱਲ ਕਰਦੇ ਨੇ, ਹੱਕ ਦੀ ਗੱਲ ਕਰਦੇ ਪਏ ਨੇ, ਤੇ ਹੱਕ ਅਸੀਂ ਲੈਣਾ ਹੈ, ਹੱਕ ਲੈ ਕੇ ਰਹਾਂਗੇ। ਨਿਸ਼ਚੈ ਕਰ ਆਪਣੀ ਜੀਤ ਕਰੋ, ਨਿਸ਼ਚੈ ਕਰ ਆਪਣੀ ਜੀਤ ਕਰੋ, ਕਿਉਂਕਿ ਇਹਨਾਂ ਸਾਰੇ 'ਚ ਆਪ ਉਹ ਅੱਲਾ ਬੋਲਦਾ ਪਿਆ, ਉਹ ਅੱਲਾ ਪ੍ਰਤੱਖ, ਉਹ ਵਾਹਿਗੁਰੂ, ਉਹ ਰਾਮ। ਅਸੀਂ ਸਾਰਿਆਂ ਨੂੰ ਵਾਹਿਗੁਰੂ ਦੇ ਬਣ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਜਿਹੜਾ ਵਾਹਿਗੁਰੂ ਦਾ ਬਣ ਗਿਆ, ਜਿਹੜਾ ਉਹਦੇ ਪਿਆਰ 'ਚ ਆ ਗਿਆ, ਜਿਹੜਾ ਸਮੁੱਚੀ ਮਾਨਵਜਾਤੀ ਦੇ ਹੱਕ 'ਚ ਆ ਗਿਆ, ਉਹ ਖਾਲਸਾ ਜੀ। ਇਸ ਵਾਸਤੇ ਭਾਈ ਇੱਥੇ ਹਿੰਦੂ ਵੀ ਖਾਲਿਸਤਾਨੀ ਹੈ, ਮੁਸਲਮਾਨ ਵੀ ਖਾਲਿਸਤਾਨੀ ਹੈ, ਇੱਥੇ ਸਿੱਖ ਵੀ ਖਾਲਿਸਤਾਨੀ। ਅਗਲੀ ਗੱਲ ਮੈਂ ਕਰ ਰਿਹਾ, ਜਿਹੜਾ ਮੋਦੀ ਹੈ ਨਾ, ਉਹ ਸਵੱਛਤਾ ਦੀ ਗੱਲ ਕਰਦਾ ਸੀਗਾ। ਸਵੱਛਤਾ ਮਤਲਬ ਸਫਾਈ, ਜਿੱਥੇ ਸਫਾਈ ਉੱਥੇ ਖੁਦਾਈ। ਖਾਲਿਸਤਾਨ ਦੀ ਗੱਲ ਤਾਂ ਉਹ ਕਰਦਾ ਹੈ, ਪਰ ਗੱਲਾਂ ਕਰਦਾ, ਪਰ ਪਾ ਰਿਹਾ ਗੰਦ ਜ਼ੁਲਮ ਦਾ। ਜਿਹੜੀ ਸੱਚਾਈ ਹੈ, ਉਹ ਜ਼ੁਲਮ ਕਰ ਰਿਹਾ। ਉਹਨੇ ਨੋਟਬੰਦੀ ਕਰਕੇ ਲੋਕਾਂ ਨੂੰ ਝੂਠ ਬੋਲਿਆ, ਉਹਨੇ ਜੁਮਲਾ ਸਥਾਨ ਬਣਾਇਆ, जुमला स्थान, जुमले बोल के, झूठ बोल के। मैं जी 35 साल भिक्षा मांग कर गुजारा है, मैंने जी इतनी पढ़ाई की है, मैंने चाय बेची है, स्टेशन में बेची है, सब झूठ बोलता है। कहता था कि यदि मेरा काम पसंद आए तो लात मार के भगा देना। सफेद झूठ के आगे भी मोदी का झूठ जो है ना, वो भी कम बढ़ गया। अब शर्म हो जाता है अगर सफेद झूठ कहते हैं, सफेद झूठ। ये तो धर्म के नाम पर बड़े बड़े ठग है। राम मंदिर की बात करके धर्म के नाम पर नफरत फैला रहा है, लड़ाई करा रहा है। सवाल ये भी बनता है, देखो जी, ये बोलते हैं कि राम मंदिर जो है ये मोदी ने बनाया है ना, लेकिन ये तो सुप्रीम कोर्ट ने फैसला दिया, या तो फिर सुप्रीम कोर्ट सफाई दे दे कि वो भी सरकारों के अधीन है या संविधान के अधीन है। ये राम मंदिर जो बना है, ये संविधान के तहत बना है या मोदी के तहत बना है? इसका मतलब तो जितने फैसले हो रहे हैं तो क्या संविधान के अधीन नहीं है, सुप्रीम के कोर्ट के अधीन है, सारे मोदी और अडानी के उनके अनुसार है। ये गुलाम होगी, सुप्रीम कोर्ट गुलाम होगी है। हम इसको आज़ाद कराना चाहते हैं। ਆਜ਼ਾਦ ਅਸੀਂ ਕਰਾਉਣਾ ਚਾਹੁੰਦੇ ਹਾਂ, ਪਰ ਹੁਣ ਦਿੱਲੀ ਦੀ ਹਿੱਕ ਉੱਤੇ ਆ ਕੇ ਬਹਿ ਗਏ ਆ। ਆਜ਼ਾਦੀ ਦੀ ਜੰਗ ਸ਼ੁਰੂ ਹੋ ਚੁੱਕੀ ਹੈ, ਤੇ ਇੱਕ ਵਾਰ ਅਸੀਂ ਇੱਕ ਵਾਰ ਪੰਜਾਬ ਨੂੰ ਆਜ਼ਾਦ ਕਰਾ ਲਿਆ ਇਸ ਗੰਦੀ ਸਿਆਸਤ ਤੋਂ, ਤਾਂ ਆਪ ਮੁਹਾਰੇ ਅਸੀਂ ਭਾਰਤ ਵੀ ਆਜ਼ਾਦ ਕਰਾਉਣਾ। ਕਿਉਂਕਿ ਖਾਲਸੇ ਦਾ ਨਿਸ਼ਾਨ ਜਿੱਥੇ ਲੱਗਿਆ ਹੋਵੇ, ਕੇਸਰੀ ਝੰਡਾ ਜਿੱਥੇ ਝੂਲਦਾ ਹੋਵੇ, ਇਹ ਇਤਿਹਾਸਕ ਜਗ੍ਹਾ, ਉਹ ਹਰ ਥਾਂ ਜਿਹੜੀ ਹੈ ਉਹ ਖਾਲਸੇ ਦੀ ਹੈ, ਉਹ ਖਾਲਸਾ ਰਾਜ ਹੈ। ਉਸ ਨੂੰ ਤੁਸੀਂ ਖਾਲਸਾ ਰਾਜ ਆਖੋ, ਖਾਲਿਸਤਾਨ ਆਖੋ, ਜੋ ਮਰਜ਼ੀ ਆਖੋ, ਕੋਈ ਫਰਕ ਨਹੀਂ ਪੈਂਦਾ ਹੈਗਾ। ਅਫਗਾਨਿਸਤਾਨ 'ਚ ਜਾਓਗੇ ਤੁਸੀਂ, ਉਹਦੇ ਖਾਲਸਾ ਕਿਹਨੂੰ ਕਹਿੰਦੇ ਨੇ? ਜਿਹੜੀ ਜ਼ਮੀਨ ਸਿੱਧੀ ਬਾਦਸ਼ਾਹ ਦੇ ਅਧੀਨ, ਉਹਨੂੰ ਖਾਲਸਾ ਆਖਦੇ ਨੇ, ਖਾਲਸਾ ਲੈਂਡ। ਇਹ ਹੁਣ ਜਿਹੜੇ ਸਾਰੇ ਇੱਥੇ ਆਏ ਨੇ ਨਾ ਹੱਕ ਮੰਗਣ ਲਈ, ਇਹ ਸਾਰੇ ਉਸ ਅੱਲਾ, ਉਸ ਰਾਮ ਦੇ ਨਾਲ ਸਿੱਧਾ ਸੰਬੰਧ ਬਣ ਗਿਆ ਇਹਨਾਂ ਦਾ। ਉਹ ਆਪ ਵਿੱਚ ਨਚਾ ਕੇ ਵਰਦਾ ਪਿਆ, ਉਹ ਆਪ ਬਲ ਬਖਸ਼ਿਸ਼ ਕਰਦਾ ਪਿਆ। ਜਿਹੜਾ ਖਾਲਸਾਪਨ ਸਾਜਿਆ ਵੀ ਗਿਆ ਸੀਗਾ, ਉਹ ਵੀ ਅੱਲਾ ਦੀ ਆਗਿਆ ਨਾਲ। ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਹੁਣ ਉਸ ਤੋਂ ਅਗਲੇ ਬਚਨਾ ਜੀ, ਉਸ ਸਮੇਂ ਦੇ ਇਸ਼ਾਰੇ ਮੈਂ ਦੱਸ ਰਿਹਾ ਤੁਹਾਨੂੰ, ਜੋ ਸਭ ਦੇਖ ਰਹੇ ਹੋ, ਰਾਜ ਕਰੇਗਾ ਖਾਲਸਾ। ਆਕੀ ਰਹੇ ਨਾ ਕੋਈ, ਖਵਾਰ ਹੋਏ
ਇੱਕ ਖੁਆਰੀ ਵਾਲਾ ਸਮਾਂ ਆਇਆ, ਮਹਾਂਮਾਰੀ ਫੈਲੀ, ਇੱਕ ਛੋਟਾ ਜੀਵ ਜਿਹੜਾ ਅੱਖਾਂ ਨਾਲ ਦਿਖਾਈ ਨਹੀਂ ਦਿੰਦਾ ਪਿਆ, ਉਸ 'ਚ ਪਰਮਾਤਮਾ ਨੇ ਇੰਨੀ ਸ਼ਕਤੀ ਪਾਤੀ ਕਿ ਸਾਰੀ ਦੁਨੀਆ ਨੂੰ ਭੈਭੀਤ ਕਰਤਾ, ਲੋਕਾਂ ਨੂੰ ਘਰੇ 'ਚ ਡੱਕ ਦਿੱਤਾ। ਕਰੋਨਾ ਗੁਰਬਾਣੀ ਦਾ ਬਚਨ ਹੈ ਕਿ ਨਹੀਂ, ਗੁਰਬਾਣੀ ਦਾ ਬਚਨ ਹੈ, ਨਿੱਕੀ ਕੀੜੀ ਮੈਂ ਕੱਲ ਰੱਖੈ, ਨਿੱਕੀ ਕੀੜੀ ਕਰੋਨਾ, ਉਸ 'ਚ ਆਪਣੀ ਕਲਾ ਵਰਤਾਈ, ਨਿੱਕੀ ਕੀੜੀ ਮੈਂ ਕੱਲ ਰੱਖੈ, ਭਸਮ ਕਰਾ ਲਸਕਰ ਕੋਲ ਲੱਖੈ, ਵੱਡੇ ਵੱਡੇ ਦੇਸ਼ਾਂ ਦੀਆਂ ਫੌਜਾਂ ਸਾਰੀਆਂ, ਡਾਕਟਰ ਵਿਗਿਆਨ ਸਭ ਫੇਲ ਕਰਤੇ ਕਰੋਨਾ ਨੇ, ਘਰੇ 'ਚ ਡੱਕ ਦਿੱਤਾ। ਉਹ ਖੁਆਰੀ ਦਾ ਸਮਾਂ ਆ ਗਿਆ। ਹੁਣ ਤਾਂ ਜਿਹੜਾ ਵਾਹਿਗੁਰੂ ਦੀ ਸ਼ਰਨ ਲੱਗਾ, ਜਿਹੜਾ ਵਾਹਿਗੁਰੂ ਦੀ ਗੱਲ ਕਰੇਗਾ, ਜਿਹੜਾ ਸੱਚ ਦੀ ਗੱਲ ਕਰੇਗਾ, ਜਿਹੜਾ ਹੱਕ ਦੀ ਗੱਲ ਕਰੇਗਾ, ਉਹੀ ਰਹਿਣਾ। ਖੁਆਰ ਹੋਏ ਸਭ ਮਿਲेंगे, ਬੱਚੇ ਸ਼ਰਨ ਜੋ ਖੋਏ। ਹੁਣ ਆਪਾਂ ਸ਼ਰਨ ਸਾਰੇ ਨੇ ਇੱਥੇ ਅੱਲਾ ਦੀ ਲੈ ਲਈਏ, ਰੱਬ ਦੀ ਲੈ ਲਈਏ, ਇੱਥੇ ਪੰਗਤ ਤੇ ਸੰਗਤ ਦੀ ਮਰਿਆਦਾ। ਗੁਰੂ ਨਾਨਕ ਜੀ ਦੇ ਘਰ ਦਾ ਸਿਧਾਂਤ ਹੈ ਪੰਗਤ ਸੰਗਤ। ਪੰਗਤ 'ਚੋਂ ਸਰੀਰਕ ਬਲ ਮਿਲਣਾ ਜੀ, ਪੰਗਤ 'ਚੋਂ ਸਰੀਰਕ ਬਲ ਹੈ, ਪੰਗਤ 'ਚੋਂ ਸਾਨੂੰ ਭੋਜਨ ਮਿਲਣਾ ਹੈ, ਤੇ ਸੰਗਤ 'ਚੋਂ ਭਜਨ ਮਿਲਣਾ ਹੈ। ਭਜਨ ਵੀ ਚਾਹੀਦਾ ਹੈ ਤੇ ਭੋਜਨ ਵੀ ਚਾਹੀਦਾ ਹੈ। ਇਹ ਮਨੁੱਖ ਦੀਆਂ ਮੁੱਢਲੀਆਂ ਲੋੜਾਂ ਨੇ, ਇਹੀ ਇੱਥੇ ਲੋੜਾਂ ਪੂਰੀਆਂ ਕੀਤੀਆਂ ਜਾ ਰਹੀਆਂ। ਇੱਥੇ ਗਰੀਬਾਂ ਨੂੰ ਦੁਆਵਾਂ ਮਿਲ ਰਹੀਆਂ ਨੇ, ਗਰੀਬਾਂ ਨੂੰ ਅੰਨ ਮਿਲ ਰਿਹਾ, ਸਭ ਕੁਝ ਛਕਣ ਨਹੀਂ ਮਿਲਦਾ ਪਿਆ, ਕਿਉਂਕਿ ਖਾਲਸਾ ਰਾਜ ਹੋ ਗਿਆ। ਬਿਲਕੁਲ ਜੀ, ਬਿਲਕੁਲ ਖਾਲਸੇ ਦਾ ਰਾਜ ਹੋ ਗਿਆ ਆ। ਅਤੁੱਟ ਲੰਗਰ ਬਾਬੇ ਨਾਨਕ ਦੇ ਵਰਤਾਏ ਜਾ ਰਹੇ ਨੇ। ਤੇ ਹੁਣ ਤਾਂ ਮੈਨੂੰ ਐਂ ਲੱਗਦਾ ਕਿ ਕਿਉਂਕਿ ਜਿੰਨਾ ਅਸੀਂ ਪਿੱਛੋਂ 8-10 ਕਿਲੋਮੀਟਰ ਦਾ ਪੈਦਲ ਸਫ਼ਰ ਤੈਅ ਕਰਕੇ ਉਰੇ ਤੱਕ ਪਹੁੰਚੇ ਆ, ਤੇ ਹਰ ਪਾਸੇ ਬੱਚਿਆਂ ਦੇ ਜੋ ਇੱਥੇ ਲੋਕਲ ਹਾਈਸ ਵੀ ਹੈਗੇ ਨੇ, ਉਹਨਾਂ ਨੂੰ ਦੇਖ ਕੇ ਇਹੀ ਲੱਗ ਰਿਹਾ ਸੀ, ਕਹਿੰਦੇ ਅਸੀਂ ਤਾਂ ਇੱਦਾਂ ਦਾ ਪੰਜਾਬ ਪਹਿਲੀ ਵਾਰ ਵੇਖਿਆ ਕਿ ਇੱਦਾਂ ਦੇ ਪੰਜਾਬ ਦੇ ਨਾਲ ਕਦੀ ਸਾਡਾ ਵਾਹ ਪਿਆ ਹੀ ਨਹੀਂ ਸੀ। ਜੇ ਆਹ ਨੇ ਪੰਜਾਬੀ ਤਾਂ ਅਸੀਂ ਕਦੀ ਚਾਹੁੰਦੇ ਨਹੀਂ ਕਿ ਇੱਥੋਂ ਵਾਪਸ ਜਾਣ। ਇਹ ਹਰਿਆਣਵੀ ਜਿਹੜੇ ਨੇ, ਹਰਿਆਣੇ ਦੇ ਰਹਿਣ ਵਾਲੇ ਨੇ, ਉਹਨਾਂ ਦੇ ਆਪਣੇ ਸ਼ਬਦ ਨੇ। ਇੱਥੋਂ ਦੇ ਬੱਚੇ ਕੀ ਕਹਿ ਰਹੇ ਨੇ? ਗਲੀ ਗਲੀ ਮੇਂ ਸ਼ੋਰ ਹੈ, ਮੋਦੀ ਸਾਲਾ ਚੋਰ ਹੈ। ਉਹਨਾਂ ਬੱਚਿਆਂ ਨੂੰ ਪਤਾ ਲੱਗ ਗਿਆ, ਬੱਚਿਆਂ ਨੂੰ ਵੀ, ਬਜ਼ੁਰਗਾਂ ਨੂੰ ਤਾਂ ਪਤਾ ਹੈ। ਬਜ਼ੁਰਗ ਦੇਖੋ ਕਿੰਨੀ ਵੱਡੀ ਵੱਡੀ ਉਮਰ ਵਾਲੇ ਆਏ ਨੇ, ਬੱਚੇ ਆਏ ਨੇ, ਇਸਤਰੀਆਂ ਬੀਬੀਆਂ ਆਏ ਨੇ, ਹੱਕ ਮੰਗਣ ਲਈ ਗੱਲ ਕਰ ਲਿਆ ਨੇ। ਇਹਦਾ ਗਲੀ ਗਲੀ ਮੇਂ ਸ਼ੋਰ ਹੈ, ਮੋਦੀ ਸਾਲਾ ਚੋਰ, ਸਾਰਿਆਂ ਨੂੰ ਪਤਾ ਲੱਗ ਗਿਆ। ਪਰ ਗੋਦੀ ਮੀਡੀਆ ਨੂੰ ਨਹੀਂ ਪਤਾ ਲੱਗਣਾ, ਕਿਉਂਕਿ ਗੋਦੀ ਮੀਡੀਆ ਵੇਖ ਚੁੱਕਿਆ ਹੈ। ਤੇ ਹੁਣ ਗੋਦੀ ਮੀਡੀਆ ਦੀ ਗੱਲ ਨਹੀਂ ਚੱਲਣੀ, ਹੁਣ ਸੱਚ ਦੀ ਗੱਲ, ਹੁਣ ਸੋਸ਼ਲ ਮੀਡੀਆ ਦੀ ਗੱਲ ਚੱਲੇਗੀ, ਪੂਰੇ ਵਰਲਡ ਤੱਕ ਚੱਲੇਗੀ। ਰਾਜ ਕਰੇਗਾ ਖਾਲਸਾ, ਆਕੀ ਰਹਿਣਾ ਕੋਏ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਸਾਡਾ ਹੱਕ ਇੱਥੇ ਰੱਖ, ਸਾਡਾ ਹੱਕ ਇੱਥੇ ਰੱਖ। ਸੋ ਅੰਤ ਵਿੱਚ ਇਹੀ ਕਹਾਂਗਾ ਕਿ ਹੁਣ ਗੁਰੂ ਦੀਆਂ ਲਾਡਲੀਆਂ ਫੌਜਾਂ ਵੀ ਇੱਥੇ ਪਹੁੰਚ ਚੁੱਕੀਆਂ ਨੇ, ਤੇ ਗੁਰੂ ਦੀਆਂ ਫੌਜਾਂ ਜਿੱਥੇ ਪਹੁੰਚ ਜਾਣ, ਨਿਹੰਗ ਸਿੰਘ ਜਥੇਬੰਦੀਆਂ ਜਿੱਥੇ ਪਹੁੰਚ ਜਾਣ, ਘੋੜ ਸਵਾਰ ਜਿੱਥੇ ਪਹੁੰਚ ਜਾਣ, ਤੇ ਜਿਨ੍ਹਾਂ ਨੇ ਕਾਠੀਆਂ ਉੱਤੇ ਰਾਜ ਭਾਗ ਭੋਗਿਆ ਹੋਵੇ, ਕਾਠੀਆਂ ਤੇ ਜਿਨ੍ਹਾਂ ਨੇ ਰਾਤਾਂ ਬਿਤਾਣੀਆਂ ਜਾਣੀਆਂ ਹੋਣ, ਤੇ ਪੋਹ ਦਾ ਮਹੀਨਾ ਚੱਲ ਰਿਹਾ ਹੈ, ਤੇ ਸਾਡੇ ਵਾਸਤੇ ਤਾਂ ਆਹ ਠੰਡਾ ਬੁਰਜ ਹੀ ਆ ਜਿੱਥੇ ਰਾਤਾਂ ਬਿਤਾ ਰਹੇ ਆ। ਮੈਂ ਇਹੀ ਤੁਹਾਨੂੰ ਆਖਾਂਗਾ ਕਿ ਜੇਕਰ ਤੁਸੀਂ ਫਤਿਹਗੜ੍ਹ ਸਾਹਿਬ ਜਾ ਕੇ ਸਭਾ ਦੇ ਵਿੱਚ ਹਾਜ਼ਰੀ ਲਾ ਕੇ ਆ ਰਹੇ ਹੋ, ਤੇ ਨਾਲ ਦੀ ਨਾਲ ਆਪਣੇ ਜੱਥਿਆਂ ਦੇ ਨਾਲ ਇਸ ਥਾਂ ਦੇ ਉੱਤੇ ਆ ਕੇ ਕੋਈ ਵੀ ਕਿਸੇ ਵੀ ਮੋਰਚੇ ਤੇ ਜਾ ਕੇ ਆਪਣੀ ਹਾਜ਼ਰੀ ਜ਼ਰੂਰ ਲਗਾਉਣਾ, ਕਿਉਂਕਿ ਇਹ ਇੱਕ ਅਜਿਹਾ ਇਤਿਹਾਸ ਲਿਖਿਆ ਜਾ ਰਿਹਾ ਹੈ ਜਿਸ ਦੇ ਵਿੱਚ ਅਗਰ ਤੁਸੀਂ ਆਪਣਾ ਨਾਮ ਸ਼ੁਮਾਰ ਨਾ ਕਰਵਾਇਆ ਤੇ ਬਹੁਤ ਵੱਡੀ ਗਲਤੀ ਕਰੋਗੇ। ਤੁਸੀਂ ਆਪਣੀ ਆਉਣ ਵਾਲੀਆਂ ਪੀੜ੍ਹੀਆਂ, ਆਉਣ ਵਾਲੀਆਂ ਪਨੀਰੀਆਂ ਨੂੰ ਜਵਾਬ ਦੇਣ ਵਾਸਤੇ ਕਦੀ ਵੀ ਆਪ ਮੁਹਾਰੇ ਸਾਹਮਣੇ ਨਹੀਂ ਆ ਪਾਉਂਗੇ ਕਿ ਜਦੋਂ 2020 ਦੇ ਵਿੱਚ ਇਤਿਹਾਸ ਲਿਖਿਆ ਜਾ ਰਿਹਾ ਸੀ ਤਾਂ ਤੁਸੀਂ ਕਿੱਥੇ ਸੀ। ਇਸ ਲਈ ਜਿੰਨੇ ਵੀ ਵੀਰ ਭੈਣ ਭਰਾ ਅੱਜ ਘਰੇ ਬੈਠੇ ਨੇ, ਸੋਚ ਰਹੇ ਨੇ ਕਿ ਅਸੀਂ ਜਾਈਏ ਜਾਂ ਨਾ ਜਾਈਏ, ਠੰਡ ਬਹੁਤ ਆ, ਤਾਂ ਇੱਕ ਵਾਰ ਇੱਕ ਗੱਲ ਯਾਦ ਕਰ ਲਿਓ ਵੀ ਠੰਡੇ ਬੁਰਜ ਦੀਆਂ ਉਹ ਰਾਤਾਂ ਵੀ ਸੀ ਜਿੱਥੇ ਨਾ ਰਜਾਈ ਸੀ, ਨਾ ਲੋਈ ਸੀ। ਇੱਕ ਬਜ਼ੁਰਗ ਦਾਦੀ ਸੀ ਜੋ ਆਪਣੇ 2 ਪੋਤਰਿਆਂ ਕੋਲ ਖਲੋਈ ਸੀ। ਬਤਾਈਆਂ ਸੀ ਠੰਡੀਆਂ ਰਾਤਾਂ ਉਸ ਬੁਰਜ 'ਚ, ਗਵਾਈਆਂ ਸੀ ਨਿੱਕੀਆਂ ਜਿੰਦਾਂ ਨੇ ਜਾਨਾਂ ਉੱਥੇ। ਤੇ ਜੇਕਰ ਅਸੀਂ ਉਹ ਸ਼ਹਾਦਤਾਂ ਭੁਲਾ ਜਾਂਦੇ ਹਾਂ ਤਾਂ ਆਪਣੇ ਜ਼ਮੀਰ ਅਸੀਂ ਆਪ ਮਾਰ ਕੇ ਕਿਤੇ ਮੁਕਾ ਜਾਂਦੇ ਹਾਂ। ਜ਼ਮੀਰ ਆਪਣੇ ਜਿਉਂਦੇ ਰੱਖੋ, ਜਾਨ ਆਪਣੀ ਬਰਕਰਾਰ ਰੱਖੋ, ਈਮਾਨ ਆਪਣੇ ਬਰਕਰਾਰ ਰੱਖੋ। ਇਹਨਾਂ ਥਾਵਾਂ ਤੇ ਪਹੁੰਚ ਕੇ ਇਸ ਗੰਦੀ ਸਰਕਾਰ ਨੂੰ ਜਵਾਬ ਦੇਣਾ ਜਾਣ ਜਾਓ, ਪਹਿਚਾਣ ਜਾਓ, ਤੇ ਆਪਣੀ ਹੋਂਦ ਬਚਾਉਣ ਵਾਸਤੇ ਆਪ ਮੁਹਾਰੇ ਅੱਗੇ ਆਓ, ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਪਨੀਰੀਆਂ ਹੱਸਦੀਆਂ ਵਸਦੀਆਂ ਰਹਿਣ। ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਨਾ। ਹੋਰ ਅਪਡੇਟਸ ਇਸ ਮੋਰਚੇ ਦੀਆਂ ਤੁਹਾਨੂੰ ਦਿੰਦੇ ਰਹਾਂਗੇ। ਦਿਓ ਇਜਾਜ਼ਤ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।